ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। साडा चैनल सिख मसले देख रहे सारे दर्शकों ਨੂੰ मेरे यानी कि मंकनदीप सिंह ਬੰਮੀ ਵੱਲੋਂ ਨਿੱਘਾ ਜੀ ਆਇਆਂ ਨੂੰ। ਜਿਵੇਂ ਤੁਸੀਂ ਸਾਰੇ ਜਾਣਦੇ ਹੋ, ਅਸੀਂ ਆਪਣੇ ਹਫਤਾਵਾਰੀ ਪ੍ਰੋਗਰਾਮ ਕੌਮ ਦੇ ਹੀਰੇ ਦੇ ਵਿੱਚ ਹਰ ਵਾਰੀ ਇੱਕ ਨਾ ਇੱਕ ਕਿਸੇ ਸਿੱਖ ਕੌਮ ਦੇ ਹੀਰੇ ਬਾਰੇ ਇੱਕ ਸੰਖੇਪ ਵਿੱਚ ਇਤਿਹਾਸ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਣੇ ਆ। उस इतिहास ਨੂੰ ਲਿਆਉਣ ਦਾ ਕਾਰਨ ਹੈ ਕਿ ਸਮੇਂ ਦੀ ਸਿਆਸਤਾਂ ਨੇ ਸਾਡੇ ਆਂਦੀਆਂ ਪਨੀਰੀਆਂ ਦੇ ਦਿਮਾਗ ਚੋਂ ਅਸਲ ਵਿੱਚ ਸਿੱਖ ਕੌਮ ਸੀ ਕਿ ਸਿੱਖ ਕੌਮ ਦੇ ਸ਼ਹੀਦਾਂ ਨੇ ਕੀ ਕੁਰਬਾਨੀਆਂ ਕੀਤੀਆਂ, ਉਹ ਵੀ ਇਨਸਾਨੀਅਤ ਦੀ ਮਿਆਰ ਨੂੰ ਬਰਕਰਾਰ ਰੱਖਦੇ ਹੋਏ ਉਹ ਮਿਟਾ ਦਿੱਤਾ ਗਿਆ ਹੈ। ਅਸੀਂ ਇਸ ਕਰਕੇ ਇੱਕ ਛੋਟਾ ਜਿਹਾ ਪ੍ਰੋਗਰਾਮ ਤੁਹਾਡੇ ਵਿੱਚ ਲੈ ਕੇ ਪੇਸ਼ ਹੋਣੇ ਆ ਤਾਂ ਕਿ ਅਸੀਂ ਆਪਣੇ ਆਉਣ ਵਾਲੇ ਪੀੜ੍ਹੀ ਨੂੰ, ਆਪਣੇ ਬੱਚਿਆਂ ਨੂੰ ਦੱਸ ਸਕੀਏ ਕਿ ਸਾਡੇ ਵੱਡੇ ਵਡੇਰਿਆਂ ਨੇ ਇਹ ਕੌਮ ਮਹਾਨ ਕਿਵੇਂ ਬਣਾਈ ਹੈ। ਸਿੱਖ ਕੌਮ ਜਿਸ ਨੂੰ ਸ਼ਹੀਦਾਂ ਦੀ ਕੌਮ ਕਿਹਾ ਜਾਂਦਾ ਹੈ, ਉਹ ਕਿਉਂ ਕਹਿਲਾਉਣ ਲੱਗੀ ਹੈ। ਅੱਜ ਅਸੀਂ ਉਸੇ ਲੜੀ ਦੇ ਵਿੱਚ ਆਪ ਸਾਰਿਆਂ ਦੇ ਵਿੱਚ ਲੈ ਕੇ ਆਏ ਹਾਂ ਇੱਕ ਸੰਖੇਪ ਇਤਿਹਾਸ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦਾ, ਜਿਨ੍ਹਾਂ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਤੋਂ ਲੈ ਕੇ ਕਾਂਗੜਾ ਹਿੱਲ ਤੱਕ ਆਪਣਾ ਰਾਜ ਸਥਾਪਿਤ ਕੀਤਾ ਸੀ। ਇਸ ਕਰਕੇ ਅਸੀਂ ਸਰਦਾਰ ਜੱਸਾ ਸਿੰਘ ਰਾਮਗੜੀਆ ਬਾਰੇ ਗੱਲ ਸ਼ੁਰੂ ਕਰਦੇ ਹਾਂ। ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦਾ ਜਨਮ ਸੰਨ 1723 ਦੇ ਵਿੱਚ ਹੋਇਆ। ਕੁਝ ਸਰੋਤ ਦੱਸਦੇ ਹਨ ਕਿ ਉਹਨਾਂ ਦਾ ਜਨਮ ਤਰਨਤਾਰਨ ਜ਼ਿਲ੍ਹੇ ਦੇ ਵਿੱਚ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆਉਣ ਵਾਲੇ ਤਰਨਤਾਰਨ ਦੇ ਇਲਾਕੇ ਸੁਰ ਸਿੰਘ ਨਾਮ ਦੇ ਪਿੰਡ ਵਿੱਚ ਹੋਇਆ, ਜਿੱਥੇ ਦੇ ਉਹਨਾਂ ਦੇ ਦਾਦਾ ਜੀ ਬਾਬਾ ਹਰਦਾਸ ਸਿੰਘ ਜੀ ਰਹਿਣ ਵਾਲੇ ਸੀ। ਲੇਕਿਨ ਕੁਝ ਸਰੋਤ ਇਸ ਤਰ੍ਹਾਂ ਦੱਸਦੇ ਹਨ ਕਿ ਕਿਉਂਕਿ ਸੰਨ 1726-27 ਦੇ ਆਸ-ਪਾਸ, 1722-21 ਦੇ ਆਸ-ਪਾਸ ਹਾਲਾਤ ਇੰਨੇ ਵਿਗੜ ਗਏ ਸੀ, ਜ਼ਕਰੀਆ ਖਾਨ ਨੇ ਸਿੰਘਾਂ ਦਾ ਕਤਲੇਆਮ ਇਸ ਤਰੀਕੇ ਨਾਲ ਸ਼ੁਰੂ ਕਰਤਾ ਸੀ ਕਿ ਉਹਨਾਂ ਦੇ ਪਿਤਾ ਜੀ ਗਿਆਨੀ ਭਗਵਾਨ ਸਿੰਘ ਜੀ ਨੂੰ ਆਪਣਾ ਖਾਨਦਾਨੀ ਪਿੰਡ ਸੁਰ ਸਿੰਘ ਛੱਡ ਕੇ ਪਾਕਿਸਤਾਨ ਲਾਹੌਰ ਤੋਂ ਪੂਰਬ ਦੇ ਵਿੱਚ ਮੌਜੂਦ ਇੱਕ ਪਿੰਡ ਇੱਛੋਗਿੱਲ ਦੇ ਵਿੱਚ ਜਾ ਕੇ ਰਹਿਣਾ ਪਿਆ ਸੀ, ਜਿੱਥੇ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦਾ ਜਨਮ ਹੋਇਆ ਸੀ। ਖੈਰ, ਅਸੀਂ ਇਸ ਕੰਟਰਾਡਿਕਸ਼ਨ ਵਿੱਚ ਨਹੀਂ ਪੈਂਦੇ, ਅਸੀਂ ਸੁਰ ਸਿੰਘ ਨੂੰ ਹੀ ਮੰਨ ਕੇ ਚੱਲਦੇ ਹਾਂ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦਾ ਜਨਮ ਸੁਰ ਸਿੰਘ ਪਿੰਡ ਵਿੱਚ ਹੋਇਆ ਸੀ। ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੂੰ ਜਾਣਨ ਤੋਂ ਪਹਿਲੇ ਇੱਕ ਛੋਟੀ ਜਿਹੀ ਝਾਤ ਅਸੀਂ ਉਹਨਾਂ ਦੇ ਪਰਿਵਾਰਿਕ ਪਿਛੋਕੜ ਵੱਲ ਮਾਰ ਲਈਏ, ਕਿਉਂਕਿ ਕਿਸੇ ਵੀ ਸ਼ਖਸ ਦੀ ਸ਼ਖਸੀਅਤ ਨੂੰ ਸਮਝਣ ਤੋਂ ਪਹਿਲੇ ਉਹਦੇ ਪਰਿਵਾਰਿਕ ਪਿਛੋਕੜ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ। ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੇ ਫਾਦਰ ਗਿਆਨੀ ਭਗਵਾਨ ਸਿੰਘ ਜੀ ਤੇ ਉਹਨਾਂ ਦੇ ਪਿਤਾ ਯਾਨੀ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੇ ਦਾਦਾ ਜੀ ਸਰਦਾਰ ਜਾਂ ਬਾਬਾ ਹਰਦਾਸ ਸਿੰਘ ਜੀ। ਬਾਬਾ ਹਰਦਾਸ ਸਿੰਘ ਜੀ ਉਹ ਸ਼ਖਸੀਅਤ ਸੀ ਜਿਨ੍ਹਾਂ ਨੇ ਸੰਨ 1699 ਦੇ ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੇ ਵਿੱਚ ਦਸ਼ਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੋਂ ਬਾਟੇ ਦੀ ਪਹੁਲ ਗ੍ਰਹਿਣ ਕੀਤੀ ਸੀ ਤੇ ਅੰਮ੍ਰਿਤ ਧਾਰਨ ਕੀਤਾ ਸੀ। ਉਸ ਤੋਂ ਬਾਅਦ ਬਾਬਾ ਹਰਦਾਸ ਸਿੰਘ ਜੀ ਨੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਪੰਥ ਵਾਸਤੇ ਕਈ ਸੇਵਾਵਾਂ ਦਿੱਤੀਆਂ। ਕਿਹਾ ਜਾਂਦਾ ਹੈ ਕਿ ਬਾਬਾ ਹਰਦਾਸ ਸਿੰਘ ਜੀ ਲਿਖਾਰੀ ਵੀ ਬਹੁਤ ਅੱਛੇ ਸੀ ਔਰ ਇੱਕ ਵਾਰੀ ਉਹਨਾਂ ਨੂੰ ਗੁਰੂਆਂ ਦੀ ਬਾਣੀ ਲਿਖਦਿਆਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਦੇਖਿਆ ਸੀ, ਜਿਸ ਤੋਂ ਬਾਅਦ ਦਸ਼ਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵਾਰੀ 9ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਹਰਦਾਸ ਸਿੰਘ ਜੀ ਦੇ ਹੱਥੋਂ ਹੀ ਦਰਜ ਕਰਵਾਈ ਸੀਗੀ। ਉਸ ਤੋਂ ਬਾਅਦ ਬਾਬਾ ਹਰਦਾਸ ਸਿੰਘ ਜੀ ਸਿੱਖੀ ਵਾਸਤੇ, ਪੰਥ ਵਾਸਤੇ ਆਪਣੀਆਂ ਸੇਵਾਵਾਂ ਦਿੰਦੇ ਰਹੇ। ਉਹਦੇ ਵਿੱਚ ਉਹਨਾਂ ਸੇਵਾਵਾਂ ਦੇ ਵਿੱਚ ਉਹਨਾਂ ਦਾ ਸ਼ਸਤਰ ਵਿਦਿਆ ਦਾ ਇਸਤੇਮਾਲ ਵੀ ਸ਼ਾਮਿਲ ਹੈ। ਕਈ ਯੁੱਧ ਵੀ ਬਾਬਾ ਹਰਦਾਸ ਸਿੰਘ ਜੀ ਨੇ ਦਸ਼ਮ ਪਿਤਾ ਦੇ ਨਾਲ ਲੜੇ, ਭਾਈ ਮਣੀ ਸਿੰਘ ਜੀ ਦੇ ਨਾਲ ਲੜੇ, ਇਨਸਾਨੀਅਤ ਦੇ ਰੱਖ ਰਖਾਅ ਵਾਸਤੇ, ਇਨਸਾਨੀਅਤ ਦੇ ਵਾਸਤੇ। ਬਾਬਾ ਹਰਦਾਸ ਸਿੰਘ ਜੀ ਨੇ ਕਈ ਮਹਾਨ ਸ਼ਸਤਰ ਇਸ ਤਰ੍ਹਾਂ ਦੇ ਹੈਗੇ
ਜਿਹੜੇ ਕਿ ਉਹਨਾਂ ਦੇ ਆਪਣੇ ਹੱਥ ਦੇ ਬਣੇ ਹੋਏ ਹੈ। 9 ਧਾਤੂਆਂ ਦਾ ਬਣਿਆ ਬਰਛਾ ਵੀ ਬਾਬਾ ਹਰਦਾਸ ਸਿੰਘ ਜੀ ਦੇ ਹੱਥ ਦਾ ਬਣਿਆ ਹੋਇਆ ਹੈ। ਇਸ ਤਰ੍ਹਾਂ ਦੇ ਕਈ ਸ਼ਸਤਰ ਸੀ ਜਿਹੜੇ ਸਿੱਖ ਪੰਥ ਦੇ ਯੁੱਧ ਲੜਦਿਆਂ, ਜੰਗ ਲੜਦਿਆਂ ਇਨਸਾਨੀਅਤ ਵਾਸਤੇ ਸਿੱਖ ਸ਼ਖਸੀਅਤਾਂ ਨੇ ਇਸਤੇਮਾਲ ਕੀਤੇ, ਔਰ ਉਹ ਸ਼ਸਤਰ ਬਣਾਏ ਸੀਗੇ ਬਾਬਾ ਹਰਦਾਸ ਸਿੰਘ ਜੀ ਨੇ, ਜੋ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੇ ਦਾਦਾ ਜੀ ਸੀ। ਬਾਬਾ ਹਰਦਾਸ ਸਿੰਘ ਜੀ ਦੇ ਬੇਟੇ ਗਿਆਨੀ ਭਗਵਾਨ ਸਿੰਘ ਜੀ, ਜੋ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੇ ਪਿਤਾ ਜੀ। ਗਿਆਨੀ ਭਗਵਾਨ ਸਿੰਘ ਜੀ ਵੀ ਜ਼ਕਰੀਆ ਖਾਨ ਦੇ ਟਾਈਮ ਤੇ ਰਿਸਾਲਦਾਰ ਦੇ ਅਹੁਦੇ ਤੇ ਰਹੇ, ਸ਼ਸਤਰ ਵਿਦਿਆ ਦੇ ਮਾਹਿਰ ਰਹੇ, ਬਾਣੀ ਦੇ ਗਿਆਤਾ ਰਹੇ, ਉਹ ਬਾਣੀ ਨਾਲ ਜੁੜੇ ਰਹੇ, ਬਾਣੇ ਨਾਲ ਜੁੜੇ ਰਹੇ। ਗਿਆਨੀ ਭਗਵਾਨ ਸਿੰਘ ਜੀ ਦੇ ਨਾਲ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੇ ਪਹਿਲਾ ਯੁੱਧ ਲੜਿਆ ਜਦੋਂ ਵਜ਼ੀਰਾਬਾਦ ਦੇ ਵਿੱਚ ਯੁੱਧ ਹੋਇਆ। ਪਰਸ਼ੀਅਨ ਹਮਲਾਵਰ ਨਾਦਰ ਸ਼ਾਹ ਨੇ ਹਿੰਦੁਸਤਾਨ ਦੀ ਪਾਵਨ ਧਰਤੀ ਤੇ ਹਮਲਾ ਕੀਤਾ ਸਨ 1739 ਦੇ ਵਿੱਚ। ਜਿਹੜਾ ਯੁੱਧ ਲੜਦਿਆਂ ਗਿਆਨੀ ਭਗਵਾਨ ਸਿੰਘ ਜੀ ਅਕਾਲ ਚਲਾਣਾ ਕਰ ਗਏ, ਸ਼ਹਾਦਤ ਨੂੰ ਪ੍ਰਾਪਤ ਹੋਏ। ਉਸ ਯੁੱਧ ਦੇ ਦੌਰਾਨ ਗਿਆਨੀ ਭਗਵਾਨ ਸਿੰਘ ਜੀ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਜ਼ਕਰੀਆ ਖਾਨ ਦੀ ਜਾਨ ਬਚਾਈ ਔਰ ਆਪ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ। ਗਿਆਨੀ ਭਗਵਾਨ ਸਿੰਘ ਜੀ ਦੀ ਇਸ ਕੁਰਬਾਨੀ ਨੂੰ ਦੇਖਦੇ ਹੋਏ ਜ਼ਕਰੀਆ ਖਾਨ ਨੇ ਇਨਾਮ ਵਜੋਂ ਕਹਿ ਲਓ ਜਾਂ ਉਹਨਾਂ ਦੀ ਕੁਰਬਾਨੀ ਦੇ ਇੱਕ ਸਤਿਕਾਰ ਵਜੋਂ ਗਿਆਨੀ ਭਗਵਾਨ ਸਿੰਘ ਜੀ ਦੇ 5 ਬੇਟਿਆਂ ਨੂੰ 5 ਪਿੰਡ ਦਿੱਤੇ। ਗਿਆਨੀ ਭਗਵਾਨ ਸਿੰਘ ਜੀ ਦੇ 5 ਬੇਟੇ ਸੀ, ਜਿਨ੍ਹਾਂ 'ਚ ਸਭ ਤੋਂ ਵੱਡੇ ਸੀ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ, ਜਿਨ੍ਹਾਂ ਦਾ ਨਾਮ ਕੁਝ ਸਰੋਤ ਦੱਸਦੇ ਹਨ ਕਿ ਰਾਮਗੜੀਆ ਨਾਮ ਮਿਸਲ ਦੇ ਸਰਦਾਰ ਬਣਨ ਤੋਂ ਪਹਿਲੇ ਜੱਸਾ ਸਿੰਘ ਥੋਕਾ ਹੁੰਦਾ ਸੀ। ਕੁਝ ਸਰੋਤ ਦੱਸਦੇ ਹਨ ਕਿ ਉਹਨਾਂ ਦਾ ਨਾਮ ਸਰਦਾਰ ਜੱਸਾ ਸਿੰਘ ਭਮਰਾ ਹੁੰਦਾ ਸੀ। ਇਸ ਚੀਜ਼ ਵਿੱਚ ਕੋਈ ਡਿਸਪਿਊਟ ਨਹੀਂ ਹੈ ਕਿ ਉਹ ਇੱਕ ਤਰਖਾਣ ਪਰਿਵਾਰ ਤੋਂ ਬਿਲੋਂਗ ਕਰਦੇ ਸੀ। ਗਿਆਨੀ ਭਗਵਾਨ ਸਿੰਘ ਜੀ ਯਾਨੀ ਜੱਸਾ ਸਿੰਘ ਰਾਮਗੜੀਆ ਜੀ ਦੇ ਪਿਤਾ ਜੀ, ਉਹਨਾਂ ਦੇ 5 ਬੇਟੇ ਸਰਦਾਰ ਜੱਸਾ ਸਿੰਘ, ਸਰਦਾਰ ਜੈ ਸਿੰਘ, ਸਰਦਾਰ ਖੁਸ਼ਹਾਲ ਸਿੰਘ, ਸਰਦਾਰ ਮੱਲੀ ਸਿੰਘ, ਜਿਨ੍ਹਾਂ ਦਾ ਨਾਮ ਬਾਅਦ ਵਿੱਚ ਸਰਦਾਰ ਮੱਲੀ ਸਿੰਘ ਰਾਮਗੜੀਆ ਵੀ ਰਿਹਾ, ਅਤੇ ਸਰਦਾਰ ਤਾਰਾ ਸਿੰਘ। 1739 ਦੇ ਵਿੱਚ ਜਦੋਂ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੀ ਆਪਣੀ ਉਮਰ ਕੇਵਲ ਤੇ ਕੇਵਲ 16 ਸਾਲ ਦੀ ਸੀ, ਗਿਆਨੀ ਭਗਵਾਨ ਸਿੰਘ ਜੀ ਦੇ ਸ਼ਹੀਦ ਹੋ ਜਾਣ ਕਾਰਨ ਅਤੇ ਪਰਿਵਾਰ ਦਾ ਸਭ ਤੋਂ ਵੱਡਾ ਬੇਟਾ ਹੋਣ ਕਾਰਨ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੇ ਮੋਢਿਆਂ ਤੇ ਆ ਗਈ ਅਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੂੰ ਜ਼ਕਰੀਆ ਖਾਨ ਨੇ ਆਪਣੀ ਫੌਜ ਦੇ ਵਿੱਚ ਰਿਸਾਲਦਾਰ ਦੇ ਅਹੁਦੇ ਤੇ ਤੈਨਾਤ ਕੀਤਾ। ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੂੰ ਜਿਹੜੇ 5 ਪਿੰਡ ਮਿਲੇ, ਉਹਨਾਂ ਦਾ ਨਾਮ ਸੀ ਵਲਾ, ਵੇਰਕਾ, ਸੁਲਤਾਨਵਿੰਡ, ਤੁੰਗ ਤੇ ਚੌਬਾਲ, ਜਿਹਦੇ ਵਿੱਚੋਂ ਵਲਾ ਪਿੰਡ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੇ ਹਿੱਸੇ ਆਇਆ। ਵਲਾ ਪਿੰਡ ਦੇ ਵਿੱਚ ਹੀ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੇ ਰਾਜ ਵਿਦਿਆ ਹਾਸਲ ਕੀਤੀ, ਰਾਜ ਸ਼ਾਸਤਰ ਦੀ ਪੜ੍ਹਾਈ ਕੀਤੀ। ਵਲਾ ਪਿੰਡ ਦੇ ਵਿੱਚ ਹੀ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੇ ਸ਼ਸਤਰ ਵਿਦਿਆ ਨੂੰ ਹੋਰ ਨਿਖਾਰਿਆ। ਵਲਾ ਪਿੰਡ ਦਾ ਹੀ ਇੱਕ ਕਿੱਸਾ ਦੱਸਿਆ ਜਾਂਦਾ ਹੈ ਕਿ ਜਦੋਂ ਅਦੀਨਾ ਬੇਗ ਖਾਨ ਨੇ ਵਲਾ ਪਿੰਡ ਦੇ ਕਬਜ਼ਾ ਕਰਨ ਵਾਸਤੇ ਹਮਲਾ ਕੀਤਾ ਸੀ, ਉਦੋਂ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੇ ਕੇਵਲ ਕੁਝ ਸਿੰਘਾਂ ਦੀ ਫੌਜ ਦੇ ਨਾਲ ਅਦੀਨਾ ਬੇਗ ਖਾਨ ਵਰਗੇ ਹਮਲਾਵਰ ਨੂੰ ਹਾਰ ਦਾ ਮਜ਼ਾ ਚਖਾਇਆ, ਸ਼ਿਕਸਤ ਦਿੱਤੀ ਤੇ ਉੱਥੋਂ ਭਜਾਇਆ। ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੂੰ ਸਿੱਖ ਇਤਿਹਾਸ ਦੇ ਵਿੱਚ 12 ਵੱਡੀਆਂ ਮਿਸਲਾਂ ਹੋਈਆਂ, ਜਿਨ੍ਹਾਂ ਚੋਂ 5 ਵੱਡੀਆਂ ਮਿਸਲਾਂ ਸਨ 1733 ਤੋਂ ਜਦੋਂ ਸਿੱਖ ਰਾਜ ਸਥਾਪਿਤ ਹੋਇਆ ਪਹਿਲੀ ਵਾਰੀ ਤੇ ਨਵਾਬ ਕਪੂਰ ਸਿੰਘ ਜੀ ਨੂੰ ਨਵਾਬੀ ਦਿੱਤੀ ਗਈ। 5 ਵੱਡੀਆਂ ਮਿਸਲਾਂ ਉਸ ਟਾਈਮ ਹੋਂਦ ਵਿੱਚ ਆਈਆਂ ਅਤੇ 7 ਵੱਡੀਆਂ ਮਿਸਲਾਂ ਸਨ 1745 ਦੇ ਬਾਅਦ ਕੁਝ ਸਰੋਤਾਂ ਮੁਤਾਬਕ ਉਹ ਹੋਂਦ ਵਿੱਚ ਆਈਆਂ,
ਜਿਹੜੀਆਂ ਮੇਨ 12 ਵੱਡੀਆਂ ਮਿਸਲਾਂ ਸੀ ਸਿੱਖ ਜਗਤ ਦੀਆਂ, ਉਹਨਾਂ ਚੋਂ ਇੱਕ ਮਿਸਲ ਸੀ ਰਾਮਗੜੀਆ ਮਿਸਲ, ਜਿਸ ਦੇ ਜਨਮਦਾਤਾ ਦੇ ਰੂਪ ਵਿੱਚ ਅਤੇ ਉਸ ਮਿਸਲ ਦੇ ਸਰਦਾਰ ਦੇ ਲੀਡਰ ਦੇ ਰੂਪ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੂੰ ਜਾਣਿਆ ਜਾਂਦਾ ਹੈ। ਰਾਮਗੜੀਆ ਨਾਮ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੂੰ ਮਿਲਿਆ ਰਾਮ ਰੌਣੀ ਦੇ ਕਿਲੇ ਕਰਕੇ। ਰਾਮ ਰੌਣੀ ਦਾ ਕਿਲਾ ਜਦੋਂ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੂੰ ਐਡਮਿਨਿਸਟ੍ਰੇਸ਼ਨ ਵਾਸਤੇ ਦਿੱਤਾ ਗਿਆ ਜਿੱਤਣ ਤੋਂ ਬਾਅਦ, ਉਦੋਂ ਉਸ ਦਾ ਨਾਮ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਮ ਤੋਂ ਰਾਮਗੜ੍ਹ ਦੇ ਕਿਲੇ ਦੇ ਨਾਮ ਤੋਂ ਰੱਖਿਆ ਗਿਆ। ਕੁਝ ਸਰੋਤ ਇਤਿਹਾਸਕਾਰ ਇਹ ਵੀ ਦੱਸਦੇ ਹਨ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਅਦੀਨਾ ਬੇਗ ਨੇ, ਹਾਲਾਂਕਿ ਅਦੀਨਾ ਬੇਗ ਮੁਗਲਾਂ ਕੋਲੋਂ ਤਨਖਾਹ ਵੀ ਲੈਂਦਾ ਸੀ ਔਰ ਮੁਗਲਾਂ ਵਾਸਤੇ ਲੜਾਈ ਲੜਦਾ ਸੀ, ਪਰ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਅਦੀਨਾ ਬੇਗ ਨੇ ਮੁਗਲਾਂ ਦੇ ਖਿਲਾਫ ਲੜਨ ਦਾ ਫੈਸਲਾ ਕਰ ਲਿਆ ਔਰ ਕੋਈ ਕਰੀਬ ਸਨ 1748 ਦੇ ਆਸ-ਪਾਸ ਅਦੀਨਾ ਬੇਗ ਨੇ ਆਪਣੀਆਂ ਫੌਜਾਂ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੀ ਫੌਜਾਂ ਦੇ ਨਾਲ ਮੁਗਲਾਂ ਦੇ ਖਿਲਾਫ ਲੜਨ ਵਾਸਤੇ ਲਗਾਤੀਆਂ। ਰਾਮ ਰੌਣੀ ਦੇ ਕਿਲੇ ਦੇ ਬਾਰੇ ਇੱਕ ਕਿੱਸਾ ਇਹ ਦੱਸਿਆ ਜਾਂਦਾ ਹੈ ਕਿ ਜਦੋਂ ਰਾਮ ਰੌਣੀ ਦੇ ਕਿਲੇ ਤੇ ਕਬਜ਼ਾ ਕਰਨ ਵਾਸਤੇ ਅਦੀਨਾ ਬੇਗ ਦੀ ਫੌਜ, ਉਧਰੋਂ ਮੀਰ ਮਨੂ ਦੀ ਫੌਜ ਜੋ ਕਿ ਦੀਵਾਨ ਕੋੜਾਮਲ ਦੇ ਜ਼ਰੀਏ ਪਹੁੰਚੀ, ਜੋ ਉਸ ਟਾਈਮ ਮੀਰ ਮਨੂ ਦਾ ਪੰਜਾਬ ਦਾ ਗਵਰਨਰ ਥਾਪਿਆ ਗਿਆ ਸੀ, ਅਤੇ ਕੁਝ ਸਿੰਘ ਫੌਜਾਂ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੇ ਨੇਤਰਤਵ ਵਿੱਚ ਰਾਮ ਰੌਣੀ ਦੇ ਕਿਲੇ ਤੇ ਹਮਲਾ ਕਰਕੇ ਕਬਜ਼ਾ ਕਰਨ ਪਹੁੰਚੀਆਂ। ਜਦੋਂ ਉੱਥੇ ਪਹੁੰਚੇ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਤੇ ਉਹਨਾਂ ਦੇ ਮਿਸਲ ਦੇ ਕੁਝ ਸਰਦਾਰ ਰਾਮ ਰੌਣੀ ਦੇ ਕਿਲੇ ਦੇ ਅੰਦਰ ਸੀਗੇ। ਕੁਝ ਇਤਿਹਾਸਕਾਰਾਂ ਨੇ ਇਹ ਕਿੱਸਾ, ਬੜਾ ਅੱਛਾ ਕਿੱਸਾ ਦੱਸਿਆ ਹੈ ਕਿ ਉਸ ਯੁੱਧ ਦੇ ਵਿੱਚ ਅੰਦਰ ਯੁੱਧ ਲੜਨ ਵਾਲੇ, ਕਿਲੇ ਦੇ ਅੰਦਰ ਕਿਲੇ ਨੂੰ ਬਚਾਉਣ ਵਾਲੇ 20 ਸਿੱਖ ਫੌਜੀ ਸਿੰਘ ਸੀ ਤੇ ਕਿਲੇ ਤੇ ਹਮਲਾ ਕਰਨ ਵਾਲੇ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਉਹਨਾਂ ਦੀ ਮਿਸਲ ਦੇ ਕੁਝ ਫੌਜੀ ਉਹ ਬਾਹਰ ਖੜੇ ਸੀਗੇ ਹਮਲਾ ਕਰਕੇ ਕਿਲੇ ਦੇ ਉੱਤੇ ਕਬਜ਼ਾ ਕਰਨ ਵਾਸਤੇ। ਲੇਕਿਨ ਜਦੋਂ ਸ਼ਾਮ ਰਹਿਰਾਸ ਦੇ ਬਾਅਦ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਤੇ ਉਹਨਾਂ ਦੀ ਮਿਸਲ ਦੇ ਜਿਹੜੇ ਵੀ ਸਿੱਖ ਫੌਜੀ ਸਿੰਘ ਸਾਹਿਬਾਨ ਅੰਦਰ ਮੌਜੂਦ ਸੀ ਕਿਲੇ ਦੇ, ਉਹਨਾਂ ਸਾਰਿਆਂ ਨੇ ਇਹ ਤੈਅ ਕੀਤਾ ਕਿ ਹੁਣ ਅਸੀਂ ਭੱਜਾਂਗੇ ਨਹੀਂ, ਅਸੀਂ ਸਵੇਰੇ ਇੱਕ ਇੱਕ ਕਰਕੇ ਕਿਲੇ ਤੋਂ ਬਾਹਰ ਨਿਕਲਾਂਗੇ, ਲੜਾਂਗੇ, ਜਿੱਥੋਂ ਤੱਕ ਲੜ ਸਕਾਂਗੇ ਲੜਾਂਗੇ ਅਤੇ ਉਹਦੇ ਬਾਅਦ ਸ਼ਹੀਦ ਹੋ ਜਾਵਾਂਗੇ। ਇਹ ਫੈਸਲਾ ਕਰਨ ਤੋਂ ਬਾਅਦ ਰਹਿਰਾਸ ਦੇ ਪਾਠ ਤੋਂ ਬਾਅਦ, ਅਰਦਾਸ ਤੋਂ ਬਾਅਦ ਦੁਬਾਰਾ ਅਰਦਾਸ ਕੀਤੀ ਗਈ ਅਤੇ ਜੱਸਾ ਸਿੰਘ ਆਹਲੂਵਾਲੀਆ ਜੀ ਤੇ ਉਹਨਾਂ ਦੇ ਸਹਿਯੋਗੀ ਸਿੰਘਾਂ ਨੇ ਜੈਕਾਰਾ ਛੱਡਿਆ। ਜਦੋਂ ਰਾਤ ਵੇਲੇ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੇ ਉਹ ਜੈਕਾਰਾ ਅਤੇ ਉਹਦੀਆਂ ਆਵਾਜ਼ਾਂ ਸੁਣੀਆਂ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਸਮਝ ਗਏ ਕਿ ਅੰਦਰ ਬੈਠੇ ਸਿੰਘ ਫੌਜੀ ਹੁਣ ਸ਼ਹਾਦਤ ਨੂੰ ਪ੍ਰਾਪਤ ਕਰਨ ਵਾਸਤੇ ਮਨ ਬਣਾ ਚੁੱਕੇ ਹਨ ਅਤੇ ਉਹ ਸਵੇਰੇ ਲੜਨਗੇ ਤੇ ਸ਼ਹੀਦ ਹੋਣ ਵਾਸਤੇ ਲੜਨਗੇ, ਕਿਲੇ ਨੂੰ ਬਚਾਉਣ ਵਾਸਤੇ ਨਹੀਂ ਲੜਨਗੇ। ਇਸ ਚੀਜ਼ ਨੂੰ ਸਮਝਦੇ ਹੋਏ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਉਹਨਾਂ ਨੇ ਆਪਣੀਆਂ ਫੌਜਾਂ ਲਈਆਂ ਅਤੇ ਰਾਮ ਰੌਣੀ ਦੇ ਕਿਲੇ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਸਿੰਘ ਫੌਜਾਂ ਦੇ ਨਾਲ ਜਾ ਕੇ ਰਲ ਗਏ ਕਿ ਕਿਲੇ ਵਾਸਤੇ ਲੜਾਈ ਲੜਦਿਆਂ ਅਸੀਂ ਇੱਕ ਦੂਜੇ ਦੇ ਖਿਲਾਫ ਜ਼ਰੂਰ ਸੀ, ਪਰ ਜਦੋਂ ਗੱਲ ਹੋਏਗੀ ਸ਼ਹਾਦਤ ਦੀ, ਜਦੋਂ ਗੱਲ ਹੋਏਗੀ ਲੜਨ ਮਰਨ ਦੀ, ਤੇ ਅਸੀਂ ਸਿੱਖ ਸਾਰੇ ਇਕੱਠੇ ਹੋਵਾਂਗੇ। ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਤੇ ਉਹਨਾਂ ਦੀਆਂ ਫੌਜਾਂ ਦਾ ਰਾਮ ਰੌਣੀ ਦੇ ਕਿਲੇ ਦੇ ਅੰਦਰ ਮੌਜੂਦ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਫੌਜਾਂ ਦੇ ਨਾਲ ਮਿਲ ਜਾਣ ਕਾਰਨ ਅਦੀਨਾ ਬੇਗ ਦਾ ਤੇ ਮੀਰ ਮਨੂ ਦਾ ਹੌਸਲਾ ਪਸਤ ਹੋਇਆ ਅਤੇ ਉਹਨਾਂ ਨੇ ਕਿਲੇ ਤੋਂ ਆਪਣਾ ਘੇਰਾ ਚੁੱਕ ਲਿਆ ਔਰ ਉਹਨਾਂ ਦੀਆਂ ਫੌਜਾਂ ਰਾਮ ਰੌਣੀ ਦੇ ਕਿਲੇ ਤੋਂ ਭੱਜ ਖੜੀਆਂ ਹੋਈਆਂ। ਉਸ ਤੋਂ ਬਾਅਦ ਰਾਮ ਰੌਣੀ ਦੇ ਕਿਲੇ ਨੂੰ ਰਿਪੇਅਰ ਕਰਵਾਉਣ ਦੀ ਅਤੇ ਰਾਮ ਰੌਣੀ ਦੇ ਕਿਲੇ ਨੂੰ ਤਿਆਰ ਕਰਵਾਉਣ ਦੀ ਔਰ ਉਸ ਨੂੰ ਐਡਮਿਨਿਸਟਰ ਕਰਨ ਦੀ, ਉਹਦੀ ਸਾਰੀ ਦੇਖ ਰੇਖ ਤੇ ਉਹਦੀ ਰਾਮ ਰੌਣੀ ਦੇ ਕਿਲੇ ਨੂੰ ਤਿਆਰ ਕਰਵਾਉਣ ਤੋਂ ਬਾਅਦ ਰਾਮ ਰੌਣੀ ਦੇ ਕਿਲੇ ਦਾ ਨਾਮਕਰਨ ਕੀਤਾ ਗਿਆ ਚੌਥੇ ਪਾਤਸ਼ਾਹ ਸਾਹਿਬ ਗੁਰੂ ਰਾਮਦਾਸ ਜੀ ਦੇ ਨਾਮ ਤੋਂ ਰਾਮਗੜ੍ਹ ਦਾ ਕਿਲਾ ਨਾਮ ਰੱਖਿਆ ਗਿਆ। ਉਸ ਰਾਮਗੜ੍ਹ ਦੇ ਕਿਲੇ ਦੇ ਨਾਮ ਤੋਂ ਹੀ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੇ ਨਾਮ ਦੇ ਨਾਲ ਰਾਮਗੜੀਆ ਲੱਗਾ। ਰਾਮਗੜੀਆ ਨਾਮ ਰੱਖਣਾ ਜਾਂ ਰਾਮਗੜ੍ਹ ਦਾ ਕਿਲਾ ਨਾਮ ਰੱਖਣ ਦਾ ਕਾਰਨ ਇੱਕ ਹੋਰ ਵੀ ਸੀ
ਕਿ ਰਾਮਗੜ੍ਹ ਦੇ ਕਿਲੇ ਤੋਂ ਅੰਮ੍ਰਿਤਸਰ ਤੇ ਕੀਤੇ ਜਾਣ ਵਾਲੇ ਹਮਲਿਆਂ ਨੂੰ ਰੋਕਿਆ ਜਾਂਦਾ ਸੀ। ਉਹਨਾਂ ਹਮਲਿਆਂ ਨੂੰ ਰੋਕਣ ਵਾਸਤੇ ਉੱਥੋਂ ਦੀ ਨਿਗਰਾਨੀ ਕੀਤੀ ਜਾਂਦੀ ਸੀ। ਤੇ ਰਾਮਗੜ੍ਹ ਜਾਂ ਰਾਮਗੜੀਆ ਦਾ ਮਤਲਬ ਹੀ ਇਹੀ ਹੁੰਦਾ ਹੈ ਕਿ ਖੁਦਾ ਦੇ ਜਾਂ ਰੱਬ ਦੇ ਘਰ ਨੂੰ ਬਚਾਉਣ ਵਾਲੇ ਰਕਸ਼ਕ। ਰਾਮਗੜੀਆ ਅਕਸ਼ਰ ਦਾ ਹੀ ਇਹੀ ਮਤਲਬ ਹੈ। ਇਸ ਕਰਕੇ ਵੀ ਉਸ ਕਿਲੇ ਦਾ ਨਾਮ ਰਾਮਗੜ੍ਹ ਦਾ ਕਿਲਾ ਰੱਖਿਆ ਗਿਆ। ਉੱਥੋਂ ਦੀ ਸਰਦਾਰ ਜੱਸਾ ਸਿੰਘ ਜੀ ਦੇ ਨਾਮ ਦੇ ਨਾਲ ਜੱਸਾ ਸਿੰਘ ਰਾਮਗੜੀਆ ਅਲਫਾਜ਼ ਜੋੜਿਆ ਗਿਆ। ਉਸ ਤੋਂ ਬਾਅਦ ਹਰ ਤਰਖਾਣ ਪਰਿਵਾਰ ਦੇ ਨਾਮ ਦੇ ਨਾਲ ਰਾਮਗੜੀਆ ਸਮੁਦਾਇ ਦਾ ਹੋਣ ਦਾ ਇੱਕ ਸਿੰਬਲ ਲਗਾ ਦਿੱਤਾ ਗਿਆ। ਅੱਜ तक जितने भी तरखान परिवार हैं या भमरा फैमिलीज़ हैं वो सारे रामगढ़िया फैमिली कहलाते हैं। सरदार जस्सा सिंह रामगढ़िया जी ने अपनिया फौजां दे नाल सरदार बघेल सिंह जी दियां फौजां दे नाल दोनों सिंह सूरमियां ने दिल्ली ते हमला किया और इतिहास विच पहली बारी होया कि दिल्ली फतेह कर ली गई। सरदार जस्सा सिंह रामगढ़िया जी की फौज ते सरदार बघेल सिंह जी की फौज जो कि 40,000 फौजां नाल दिल्ली च आए सी, जिस दे विचों 5,000 की फौज मजनू का टीला वाली जगह ते रोकी गई सी, 5,000 की फौज शादरा वाली जगह ते रोकी गई सी ते बाकी 30,000 सिंघां की फौज 30 हज़ारी वाली जगह ते रोकी गई सी, जिथे अज की तारीख दे विच 30 हज़ारी कचहरी मौजूद है। उस इलाके नूं 30 हज़ारी का इलाका इसीलिए किया जाता है क्योंकि सरदार जस्सा सिंह रामगढ़िया जी ते सरदार बघेल सिंह जी दियां 30,000 सिंघां दियां फौजां उस जगह ते रुकियां सी। उस तो बाद दिल्ली ते हमला किया गया, दिल्ली फतेह की गई इतिहास विच पहली बार, क्योंकि दिल्ली दे जिहड़े शासक सी वो बहुत ही जालिम शासक सी। इस करके उन्हां दे खिलाफ सिंघां दी लड़ाई शुरू की गई। दिल्ली फतेह होने तो बाद वो तख्त और संगमरमर की सिल जिस ते कहते हैं कि औरंगजेब ने बैठ के 9वें पातशाह साहिब श्री गुरु तेग बहादुर साहब की शहादत का हुक्म जारी किया सी, उस सिल नूं उस तखत नूं भी सरदार जस्सा सिंह रामगढ़िया ने अपनी बहादुरी के दम ते काबिज किया और उसनूं नाल लैके अमृतसर गए। वो तखत वो सिल अज भी अमृतसर दरबार साहब दे विच जेड़े दो बुंगे खड़े हैं उन्हां चों एक रामगढ़िया बुंगा के नाम तो जिहड़ा बुंगा है उस बुंगे दे विच दर्शनां वास्ते मौजूद है। रामगढ़िया बुंगा भी सरदार जस्सा सिंह रामगढ़िया जी ने बनवाया ताकि अमृतसर दे विच दरबार साहब दे उत्ते हमला करन वाले हमलावरां दे निगरानी की जा सके ते अमृतसर दरबार साहिब नूं तखत श्री दरबार साहिब नूं हमलावरां दे नापाक इरादियां तो बचाया जा सके। इस सारे जीवन काल दे विच सरदार जस्सा सिंह रामगढ़िया जी ने कई इस तरह के युद्ध लड़े जिन्हां दे विच उन्होंने इंसानियत के मयार के उत्ते बरकरार रहन दे बड़े अच्छे एग्जाम्पल दिते, बहुत अच्छे उदाहरण सैट किए। सन 1803 दे विच सरदार जस्सा सिंह रामगढ़िया जी का अकाल चलाना होया तकरीबन 79 या 80 साल की उम्र दे विच। इस 80 साल के तकरीबन जिहड़ा जीवन काल सी उन्हां दा, इस जीवन काल दे विच सरदार जस्सा सिंह रामगढ़िया जी ने कई ऐसे उदाहरण पेश किए जिस दे विच उन्होंने बहादुरी नूं इंसानियत दी मयार ते खरा उतार के युद्ध लड़े। जिस दे विचों एक किस्सा यह भी है कि जदों अहमद शाह अब्दाली दिल्ली ते हमला करके 1121 ब्राह्मण लड़कियां नूं कैदी बना के नाल लैके अफगान जा रहा सी ते दौराने उस सफ़र दे सरदार जस्सा सिंह रामगढ़िया जी ने अपने सिंह फौजियां नाल हमला किया। उन्हां 1121 मजलूम लड़कियां नूं अहमद शाह अब्दाली वर्गे क्रूर शासक दे कोलों छुड़वाया और ना सिर्फ छुड़वाया, उन्हां सारी 1121 दी 1121 लड़कियां नूं किसी ना किसी सिंह दे नाल सुरक्षित उहदे घर वापस पहुँचवाने की जिम्मेदारी भी चुकी और वापस पहुँचवाया। ते ऐसी दोस्तों सरदार जस्सा सिंह रामगढ़िया जी के जीवन काल का एक संखेप विवरण।
ਹਾਲਾਂਕਿ ਐਡੀ ਮਹਾਨ ਸ਼ਖਸੀਅਤ ਦਾ ਇਤਿਹਾਸ ਛੋਟੀ ਜੀ ਵੀਡੀਓ ਦੇ ਵਿੱਚ ਨਹੀਂ ਦੱਸਿਆ ਜਾ ਸਕਦਾ, ਪਰ ਫਿਰ ਵੀ ਅਸੀਂ ਇੱਕ ਛੋਟਾ ਜਿਹਾ ਇਤਿਹਾਸ ਤੁਹਾਡੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਅਸੀਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ, ਆਪਣੇ ਆਉਣ ਵਾਲੇ ਬੱਚਿਆਂ ਨੂੰ ਆਪਣੇ ਕੌਮ ਦੇ ਹੀਰਿਆਂ ਬਾਰੇ ਦੱਸ ਸਕੀਏ। ਤੇ ਇਹ ਸੀ ਸਰਦਾਰ ਜੱਸਾ ਸਿੰਘ ਰਾਮਗੜੀਆ, ਸਿੱਖ ਕੌਮ ਦੇ ਇੱਕ ਹੋਰ ਹੀਰਾ। ਆਉਣ ਵਾਲੇ ਐਪੀਸੋਡਸ ਵਿੱਚ, ਅਗਲੀ ਲੜੀਆਂ ਦੇ ਵਿੱਚ ਅਸੀਂ ਤੁਹਾਨੂੰ ਹੋਰ ਕਿਸੇ ਨਾ ਕਿਸੇ ਸਿੱਖ ਕੌਮ ਦੇ ਹੀਰੇ ਬਾਰੇ ਨਾਲ ਸੰਖੇਪ ਇਤਿਹਾਸ ਦੱਸਦੇ ਰਹਾਂਗੇ। ਅੱਜ ਵਾਸਤੇ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਜਗਤ ਨਾਲ ਜੁੜੇ ਹਰ ਪੰਥਕ ਮਸਲੇ ਨਾਲ ਅਪਡੇਟ ਰਹਿਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਸਿੱਖ ਮਸਲੇ ਤੇ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਤੱਕ ਪਹੁੰਚ ਸਕੇ।